तू साहिब गुणी निधना, तुमरी महिमा बरन ना सकूं। तू ठाकुर ऊच भगवाना, तुमरी महिमा बरन ना सकूं। तू ठाकुर ऊच भगवाना, तुमरी शरण तुम्हारी आसा, तुम ही सज्जन सोहेले। राखो राखन हार दयाला, नानक घर के गोले। धन वाहिगुरु साहिब जियो, राग तनासरी बाणी भगत कबीर जी की। इक ओंकार सतगुर प्रसाद। सनक सनंद महेश समाना, शेख नाग तेरो मर्म ना जाना। सनक सनंद महेश समाना, शेख नाग तेरो मर्म ना जाना। संत संगत राम हृदय बसाई, रहाओ हनुमान सर गरुड़ समाना। सुरपत नरपत नहीं गुण जाना, चार वेद अर सिमरत पुराना। कमला पत कवला नहीं जाना, कहे कबीर सो भरम नाही। पग लग राम रहे शरनाही। कहे कबीर सो भरम नाही, पग लग राम रहे शरनाही। वाहिगुरु जी का खालसा, वाहिगुरु जी की फतेह। गुरु प्यारी साजी नवाजी साध संगत जी, इस पावन शब्द विच जो अज हजूर ने मुख वाक के रूप विच सानू बख्शिश कीता है, परमात्मा दी बेअंतता नूं बयान कीता है कि वह बहुत वड्डा है, उहदी बराबर तां कोई हो सकदा ही नहीं ना। वो एडा वड्डा है भी उहदे बराबर कोई होर नहीं हैगा। वो एडा वड्डा आ कि उहदा उरला किनारा ते परला किनारा साडे तो परे है।
ਅਸੀਂ ਉੱਥੇ ਉਹਦੀ ਥਾਂ ਨਹੀਂ ਪਾ ਸਕੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਏਡਾ ਵੱਡਾ ਹੈ ਜੀ। ਦੁਨੀਆ ਦੇ ਵਿੱਚ ਹਰ ਵੱਡੀ ਚੀਜ਼ ਦਾ, ਹਰ ਵੱਡੇ ਸਮਾਜ ਦਾ, ਦੁਨੀਆ ਦੀ ਹਰ ਕਿਸੇ ਰੁਤਬੇ ਦਾ ਅਸੀਂ ਅੰਦਾਜ਼ਾ ਲਗਾ ਕੇ ਕਹਿ ਸਕਦੇ ਹਾਂ ਵੀ ਇਹ ਏਡਾ ਵੱਡਾ ਹੈ, ਇਹ ਇੰਨਾ ਅੱਗੇ ਆ। ਉਹਦਾ ਸਾਨੂੰ ਉਰਲਾ ਵੀ ਕਿਨਾਰਾ ਤੇ ਪਰਲਾ ਵੀ ਕਿਨਾਰਾ ਮਿਲ ਜਾਂਦਾ। ਕਿਤੇ ਸਮੁੰਦਰ ਬਹੁਤ ਵੱਡਾ ਸੀ। ਅੱਜ ਮੈਥ ਦਾ ਟੀਚਰ ਬਹਿ ਕੇ ਟੇਬਲ ਦੇ ਉੱਤੇ ਸਮੁੰਦਰ ਦੇ ਪਾਣੀ ਦੀ ਲਗਭਗ ਮਿਣਤੀ ਕਰ ਲੈਂਦਾ। ਅੱਜ ਇੱਕ ਬੰਦਾ ਟੇਬਲ ਤੇ ਬੈਠਾ ਸਾਰੀ ਧਰਤੀ ਨੂੰ ਨਕਸ਼ੇ ਦੇ ਰੂਪ ਵਿੱਚ ਉਹ ਕੈਲਕੂਲੇਟ ਕਰ ਦੇਗਾ। ਅੱਜ ਧਰਤੀ ਦੇ ਉੱਤੇ ਸੁੱਕੀ ਧਰਤੀ ਦੁਨੀਆ ਦੀ ਗਿਣਤੀ ਕਰ ਲੈਂਦਾ। ਅੱਜ ਧਰਤੀ ਦੀ ਹਰ ਥਾਂ ਤੇ ਹਰ ਪੱਖ ਤੋਂ ਕਾਉਂਟੀ ਹੋ ਚੁੱਕੀ ਹੈ। ਸਮੁੰਦਰ ਦੇ ਪਾਣੀ ਨੂੰ ਅੱਜ ਬੰਦੇ ਨੇ ਮਿਲ ਲਿਆ। ਸੂਰਜ ਕਿੰਨੀ ਦੂਰ ਹੈ ਇੱਥੇ ਬੈਠਾ ਉਹਦੀ ਮਿਣਤੀ ਨੂੰ, ਉਹਦੇ ਫਾਸਲੇ ਨੂੰ ਤੈਅ ਕਰ ਲੈਂਦਾ। ਧਿਆਨ ਰੱਖਣਾ ਸਾਧ ਸੰਗਤ, ਦੁਨੀਆ ਦੀ ਹਰ ਚੀਜ਼ ਦੀ ਮਿਣਤੀ ਹੋ ਗਈ। ਹਰ ਚੀਜ਼ ਨੂੰ ਮਾਪ ਲਿਆ, ਤੋਲ ਲਿਆ ਬੰਦੇ ਨੇ। ਪਰ ਧਿਆਨ ਰੱਖਣਾ ਉਹ ਰੱਬ ਕਿੱਡਾ ਵੱਡਾ ਹੈ। ਉਹ ਸਾਡੇ ਮਾਪ ਤੋਂ, ਸਾਡੇ ਤੋਲ ਤੋਂ ਪਰੇ। ਉਹਨੂੰ ਨਹੀਂ ਮਾਪਿਆ ਜਾ ਸਕਦਾ, ਉਹਨੂੰ ਨਹੀਂ ਤੋਲਿਆ ਜਾ ਸਕਦਾ। ਉਹ ਰੱਬ ਏਡਾ ਵੱਡਾ ਹੈ ਜੀ, ਉਹ ਬੇਅੰਤ। ਬਾਬਾ ਕਬੀਰ ਸਾਹਿਬ ਜੀ ਨੇ ਉਸ ਜ਼ਮਾਨੇ ਵਿੱਚ ਨੇ ਇੱਕ ਉਦਾਹਰਨ ਦਿੱਤੀ ਜੀ, ਅਸੀਂ ਅੱਗੇ ਸਾਂਝੀ ਕੀਤੀ ਸੀ। ਪਰ ਤੁਸੀਂ ਧਿਆਨ ਦੇਣਾ ਵੀ ਉਸ ਜ਼ਮਾਨੇ ਵਿੱਚ ਕਬੀਰ ਸਾਹਿਬ ਇਹ ਗੱਲ ਕਹਿਣ ਤੇ ਕਿੱਡੀ ਵੱਡੀ ਗੱਲ ਆ। ਉਹ ਉਸ ਜ਼ਮਾਨੇ ਦੀ ਵੀ ਬਹੁਤ ਵੱਡੀ ਗੱਲ ਸੀ। ਉਹ ਅੱਜ ਦੇ ਜ਼ਮਾਨੇ ਵਿੱਚ ਵੀ ਗੱਲ ਬਹੁਤ ਵੱਡੀ ਹੈ। ਉਹ ਗੱਲ ਇਹ ਆ, ਕਬੀਰ ਸਾਹਿਬ ਕਹਿੰਦੇ ਨੇ ਸਾਰੀ ਧਰਤੀ ਦੇ ਕਾਗਜ਼ ਬਣਾ ਦਿੱਤੇ ਜਾਣ। ਸਾਰੀ ਧਰਤੀ ਦੀ ਜਿਹੜੀ ਬਨਾਸਪਤੀ ਆ ਉਹਨੂੰ ਕਲਮ ਬਣਾ ਦਿੱਤਾ ਜਾਏ। ਤੇ ਜਿਹੜੀ ਹਵਾ ਹੈ ਨਾ ਉਹ ਕਲਮ ਨੂੰ ਚਲਾਵੇ, ਹਵਾ ਦੀ ਤਰ੍ਹਾਂ ਕਲਮ ਚੱਲੇ ਤੇ ਰੱਬ ਦਾ ਜਸ ਲਿਖਿਆ ਜਾਵੇ। ਇੰਨੇ ਕਾਗਜ਼ਾਂ ਦੇ ਉੱਤੇ ਇੰਨੀਆਂ ਕਲਮਾਂ ਦੇ ਨਾਲ ਹਵਾ ਦੀ ਤਰ੍ਹਾਂ ਕਲਮ ਚੱਲ ਰਹੀ ਹੋਵੇ ਤੇ ਕਹਿੰਦੇ ਨੇ ਰੱਬ ਦਾ ਫਿਰ ਵੀ ਅੰਤ ਨਹੀਂ ਪਾ ਸਕਦੇ। ਰੱਬ ਏਡਾ ਵੱਡਾ। ਆ ਦੁਨੀਆ ਦੇ ਬੰਦੇ ਦੀ ਕਹਾਣੀ ਤਾਂ ਬੰਦਾ 2-4 ਦਿਨਾਂ 'ਚ, 2-4 ਘੰਟਿਆਂ ਦੇ ਵਿੱਚ, 2-4 ਮਹੀਨਿਆਂ ਦੇ ਵਿੱਚ ਬੰਦੇ ਦੀ ਕਹਾਣੀ ਲੈ ਕੇ ਆਓ ਮਾਰਦਾ। ਇੱਕ ਬੰਦੇ ਦਾ ਪੂਰਾ ਬਾਇਓਡਾਟਾ ਲਿਖ ਦਿੰਦਾ। ਕਈ ਬੰਦੇ ਬੈਠੇ ਦੁਨੀਆ ਦਾ ਇਤਿਹਾਸ ਲਿਖ ਗਏ ਆ ਜੀ, ਦੁਨੀਆ ਦਾ ਇਤਿਹਾਸ ਲਿਖ ਦਿੱਤਾ। ਪਰ ਜਦੋਂ ਰੱਬ ਦੀ ਕਿਤੇ ਗੱਲ ਆਵੇਗੀ ਨਾ ਸਾਧ ਸੰਗਤ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜਿੰਨੀਆਂ ਮਰਜ਼ੀ ਕਲਮਾਂ ਲੈ ਲਓ, ਪੈਨ ਲੈ ਲਓ, ਜਿੰਨੇ ਮਰਜ਼ੀ ਕਾਗਜ਼ ਲੈ ਲਓ, ਜਿੰਨਾ ਤੁਸੀਂ ਸੋਚ ਸਕਦੇ ਹੋ। ਸਾਰੀ ਧਰਤੀ ਕਾਗਜ਼ ਦੀ ਬਣਾ ਦਿੱਤੀ ਜਾਏ, ਸਾਰੀ ਧਰਤੀ ਦਾ ਕਾਗਜ਼ ਬਣਾ ਦਿੱਤਾ ਜਾਏ। ਕਦੇ ਸੋਚਿਆ ਵੀ ਇੰਨੇ ਕਾਗਜ਼ ਹੋ ਸਕਦੇ, ਇੰਨੀਆਂ ਕਾਪੀਆਂ ਹੋ ਸਕਦੀਆਂ। ਸਾਰੀ ਧਰਤੀ ਦੇ ਜਿਹੜੇ ਰੁੱਖ ਨੇ, ਪੌਦੇ ਨੇ, ਬਨਾਸਪਤੀ ਆ, ਕਿੰਨੀਆਂ ਕਲਮਾਂ ਬਣ, ਕਿੰਨੇ ਪੈਨ ਬਣਨਗੇ ਜੀ। ਇੱਕ ਰੁੱਖ ਤੋਂ ਕਿੰਨੀਆਂ ਕਲਮਾਂ ਬਣਦੀਆਂ ਨੇ, ਹਜ਼ਾਰਾਂ ਲੱਖਾਂ ਕਲਮਾਂ ਬਣ ਜਾਣਗੀਆਂ। ਇੰਨੀਆਂ ਕਲਮਾਂ ਦੇ ਨਾਲ ਵੀ ਰੱਬ ਦਾ ਜਸ ਜਿਹੜਾ ਹੈ ਉਹ ਨਹੀਂ ਲਿਖਿਆ ਜਾ ਸਕਦਾ ਕੰਪਲੀਟ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਸਾਤ ਸਮੁੰਦੇ ਮਸ ਕਰੋ। ਪਹਿਲੋਂ 7 ਸਮੁੰਦਰ ਸੁਣਿਆ ਜਾਂਦਾ ਸੀ ਵੀ ਧਰਤੀ ਦੇ ਉੱਤੇ ਟੋਟਲ 7 ਸਮੁੰਦਰ ਹੈ। ਤੇ ਅੱਜ ਤੇ ਬੰਦਾ ਸਾਰੀ ਦੁਨੀਆ ਧਰਤੀ ਸਮੁੰਦਰਾਂ ਨੂੰ ਘੁੰਮ ਰਿਹਾ ਹੈ, ਸਮੁੰਦਰਾਂ ਦੇ ਵਿੱਚ ਆਪਣੇ ਘਰ ਪਾਈ ਬੈਠਾ ਹੈ। ਅੱਜ ਤੇ ਦੂਰ ਨਹੀਂ ਨਾ, ਅੱਜ ਬੰਦੇ ਕੋਲ ਗਿਆਨ ਆ ਗਿਆ। ਇਹ 7 ਜਿਹੜੇ ਸਮੁੰਦਰ ਨੇ, ਜਾਂ ਇੰਜ ਕਹਿ ਲਓ ਵੀ ਸਾਰਾ ਪਾਣੀ, ਸਾਰੀ ਧਰਤੀ ਦੇ ਸਮੁੰਦਰਾਂ ਦਾ ਪਾਣੀ, ਕਹਿੰਦੇ ਇਹਨੂੰ ਸਿਆਹੀ ਬਣਾ ਦਿੱਤਾ ਜਾਏ, ਇਹਨੂੰ ਇੰਕ ਬਣਾ ਦਿੱਤਾ ਜਾਵੇ। 7 ਸਮੁੰਦੇ ਮਸ ਕਰੋ, ਮਸ ਦਾ ਅਰਥ ਇੰਕ, ਤੇ ਕਲਮ ਕਰੋ ਬਨਰਾਏ, ਬਨਰਾਏ ਦਾ ਅਰਥ ਬਨਾਸਪਤੀ, ਤੇ ਬਨਾਸਪਤੀ ਦਾ ਅਰਥ ਸਾਰੀ ਧਰਤੀ ਦੀ ਬਨਾਸਪਤੀ, ਰੁੱਖ ਪੌਦੇ ਛੋਟੇ ਵੱਡੇ ਸਾਰੇ।
ਕਲਮ ਦਾ ਇੱਥੇ ਪੈਨ ਬਣਾ ਦਿੱਤਾ ਜਾਵੇ, ਕਲਮ ਕਰ ਦਿੱਤਾ ਜਾਵੇ, ਇਹਨੂੰ ਕਲਮ ਦਾ ਰੂਪ ਦਿੱਤਾ ਜਾਵੇ। ਕਬੀਰ ਸਾਤ ਸਮੁੰਦੇ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਦ ਜੋ ਕਰੋ। ਬਸੁਦਾ ਦਾ ਅਰਥ ਜਿੱਥੇ ਆਪਾਂ ਵਸਦੇ ਹਾਂ, ਆਪਾਂ ਵਸਦੇ ਕਿੱਥੇ ਆ? ਧਰਤੀ ਤੇ ਕਹਿੰਦੇ ਨੇ ਜਿਹੜੀ ਇਹ ਧਰਤੀ ਆ, ਜਿਹੜੀ ਇਹ ਬਸਦਾ ਆ, ਇਹਨੂੰ ਕਾਗਜ਼ ਬਣਾ ਦਿੱਤਾ ਜਾਏ। ਬਸਦਾ ਕਾਗਜ਼ ਜੋ ਕਰੋ, ਹਰ ਜਸ ਲਿਖਨ ਨਾ ਜਾਏ। ਕਹਿੰਦੇ ਹਰੀ ਦਾ ਜਸ ਨਹੀਂ ਲਿਖਿਆ ਜਾ ਸਕਦਾ। 12ਵੀਂ ਸਦੀ ਦੇ ਵਿੱਚ ਅੱਜ ਤੋਂ ਲਗਭਗ ਸੈਂਕੜੇ ਸਾਲ ਪਹਿਲਾਂ ਬਾਬਾ ਕਬੀਰ ਸਾਹਿਬ ਜੀ ਨੇ ਏਡੀ ਵੱਡੀ ਉਦਾਹਰਨ ਦੇ ਦਿੱਤੀ, ਏਡੀ ਵੱਡੀ, ਭਾਵੇਂ ਕਿ ਉਸ ਜ਼ਮਾਨੇ 'ਚ ਛੋਟੀ ਉਦਾਹਰਨ ਵੀ ਦਿੱਤੀ ਜਾਂਦੀ ਤੇ ਲੋਕਾਂ ਵਾਸਤੇ ਬਹੁਤ ਵੱਡੀ ਸੀ, ਪਰ ਇਹ ਉਦਾਹਰਨ ਅੱਜ ਵੀ ਸਾਡੇ ਲਈ ਬਹੁਤ ਵੱਡੀ ਆ ਵੀ ਸਾਰੀ ਧਰਤੀ ਦੇ ਪਾਣੀਆਂ ਦੀ ਸਿਆਹੀ ਬਣਾ ਦਿਓ, ਸਾਰੀ ਬਨਾਸਪਤੀ ਨੂੰ ਪੈਨ ਕਲਮ ਬਣਾ ਦਿਓ, ਸਾਰੀ ਧਰਤੀ ਦਾ ਕਾਗਜ਼ ਬਣਾ ਦਿਓ, ਤੇ ਜੇ ਤੁਸੀਂ ਰੱਬ ਦਾ ਜਸ ਲਿਖੋਗੇ ਨਾ, ਤੇ ਰੱਬ ਦਾ ਜਸ, ਉਹਦੀ ਸਿਫਤ, ਉਹਦੇ ਗੁਣ, ਉਹਦੀਆਂ ਵਡਿਆਈਆਂ, ਉਹਦੀਆਂ ਖੂਬੀਆਂ ਫਿਰ ਵੀ ਲਿਖੀਆਂ ਨਹੀਂ ਜਾਣਗੀਆਂ। ਰੱਬ ਏਡਾ ਵੱਡਾ ਹੈ ਜੀ, ਪਰਮਾਤਮਾ ਏਡਾ ਬੇਅੰਤ ਆ। ਕਬੀਰ ਸਾਤ ਸਮੁੰਦੇ ਮਸ ਕਰੂੰ, ਕਲਮ ਕਰੂੰ ਬਨਰਾਏ, ਬਸਦਾ ਕਾਗਜ਼ ਜੋ ਕਰੋ, ਹਰ ਜਸ ਲਿਖ ਨਾ ਜਾਏ। ਹਰੀ ਦਾ ਜਸ ਨਹੀਂ ਲਿਖਿਆ ਜਾ ਸਕਦਾ। ਜਿਹੜੇ ਕਹਿੰਦੇ ਨੇ ਰੱਬ ਵੱਡਾ ਆ ਨਾ ਸਾਧ ਸੰਗਤ, ਗੁਰੂ ਕਹਿੰਦੇ ਨੇ ਉਹ ਸੁਣੀ ਗੱਲ ਕਹਿੰਦੇ ਆ। ਅਸੀਂ ਵੀ ਸੁਣਿਆ, ਅਸੀਂ ਗੁਰਬਾਣੀ ਚ ਸੁਣ ਲਿਆ, ਅਸੀਂ ਅੱਖਾਂ ਨਾਲ ਜਦੋਂ ਬਾਣੀ ਪੜ੍ਹੀ ਹੈ ਨਾ ਸਾਧ ਸੰਗਤ, ਅੱਖਾਂ ਦੇ ਨਾਲ ਪੜ੍ਹਨਾ ਵੀ ਇੱਕ ਤਰ੍ਹਾਂ ਦਾ ਸੁਣਨਾ ਹੀ ਆ, ਤੇ ਕੰਨਾਂ ਨਾਲ ਸੁਣਨਾ ਵੀ ਇੱਕ ਤਰ੍ਹਾਂ ਦਾ ਪੜ੍ਹਨਾ ਹੀ ਆ। ਕੰਮ ਤੇ ਭਾਵਾਂ ਕਿ ਵੱਖਰਾ ਵੱਖਰਾ ਆ, ਵੀ ਅੱਖਾਂ ਪੜ੍ਹਦੀਆਂ ਨੇ, ਕੰਨ ਸੁਣਦੇ ਆ। ਉਹੀ ਗੱਲ ਸੁਣ ਕੇ ਕੰਨ ਦਿਮਾਗ ਦੇ ਕੋਲ, ਮਨ ਕੋਲ ਭੇਜਦੇ ਆ। ਉਹੀ ਅੱਖਾਂ ਰਾਹੀਂ ਜਿਹੜੀ ਪੜ੍ਹਿਆ ਸੰਦੇਸ਼ ਬਾਣੀ ਆ, ਉਹ ਵੀ ਉੱਥੇ ਪਹੁੰਚ ਗਈ। ਮਨ ਭਾਂਡੇ ਵਿੱਚ ਗੱਲ ਤਾਂ ਉੱਥੇ ਪਹੁੰਚੀ ਨਾ, ਕੰਨਾਂ ਨੇ ਵੀ ਉਹੀ ਸੰਦੇਸ਼ ਪਹੁੰਚਾਇਆ, ਪਰ ਉਹਦੇ ਸੰਦੇਸ਼ ਦਾ ਤਰੀਕਾ ਵੱਖਰਾ ਸੀ। ਅੱਖਾਂ ਨੇ ਉਹੀ ਸੰਦੇਸ਼ ਪੜ੍ਹਿਆ, ਪਰ ਉਹ ਤਰੀਕਾ ਵੱਖਰਾ ਸੀ, ਪਹੁੰਚਾਇਆ ਤੇ ਉੱਥੇ ਹੀ ਹੈ ਨਾ ਮੈਸੇਜ। ਅੱਖਾਂ ਮੈਸੇਜ ਪੜ੍ਹਦੀਆਂ ਨੇ, ਕੰਨ ਮੈਸੇਜ ਨੂੰ ਸੁਣਦੇ ਨੇ, ਬਸ ਫਰਕ ਇੰਨਾ ਆ। ਪਰ ਜਿਹੜਾ ਮੈਸੇਜ ਆ ਉਹ ਇੱਕੋ ਹੀ ਆ ਤੇ ਇੱਕੋ ਜਗ੍ਹਾ ਤੇ ਪਹੁੰਚਦਾ ਹੈ, ਉੱਥੇ ਪਹੁੰਚਿਆ। ਉਹ ਕਹਿੰਦੇ ਸੁਣ ਕੇ ਗੱਲ ਕਰਦੇ, ਸੁਣ ਵੱਡਾ ਆਖੇ ਸਭ ਕੋਏ। ਅਸੀਂ ਗੁਰਬਾਣੀ ਚ ਸੁਣ ਲਿਆ, ਪੜ੍ਹ ਲਿਆ, ਰੱਬ ਵੱਡਾ ਹੈ, ਤੇ ਕਹਿੰਦੇ ਹਰ ਕੋਈ ਕਹਿੰਦਾ ਵੀ ਰੱਬ ਵੱਡਾ ਹੈ, ਪਰ ਇਹ ਗੱਲ ਇੱਕ ਵਿੱਚ ਬਰੀਕੀ ਹੈ ਨਿੱਕੀ ਜੀ ਸਾਧ ਸੰਗਤ। ਜਦੋਂ ਅਸੀਂ ਇਹ ਪੜ੍ਹ ਜਾਂਦੇ ਹਾਂ, ਸਲਿੱਪ ਕਰ ਜਾਂਦੇ ਹਾਂ, ਉਹ ਇੱਕ ਇਹਦੇ ਵਿੱਚ ਨੁਕਤਾ ਇਹ ਆ ਵੀ ਕੀ ਵਾਕਈ ਤੁਸੀਂ ਜਦੋਂ ਰੱਬ ਨੂੰ ਕਹਿੰਦੇ ਹੋ ਵੱਡਾ, ਤੁਸੀਂ ਦੇਖਿਆ? ਮੰਨ ਲਓ ਕਿ ਮੈਂ ਕਹਿੰਦਾ ਰੱਬ ਵੱਡਾ, ਤੇ ਮੈਂ ਤੇ ਦੇਖਿਆ ਨਹੀਂ ਆ, ਮੈਂ ਤੇ ਬਾਣੀ ਚੋਂ ਪੜ੍ਹਿਆ ਨਾ, ਮੈਂ ਤੇ ਗੁਰੂ ਦੀ ਗੱਲ ਕਰ ਰਿਹਾ। ਗੁਰੂ ਕਹਿੰਦੇ ਵੀ ਰੱਬ ਨੂੰ ਦੇਖਿਆ ਹੀ ਨਹੀਂ, ਉਹ ਬੰਦਾ ਕਹਿੰਦਾ ਰੱਬ ਵੱਡਾ, ਪਰ ਕਹਿੰਦੇ ਵੀ ਜੇ ਕਿਤੇ ਬੰਦੇ ਨੇ ਵੇਖਿਆ ਹੁੰਦਾ, ਜੇ ਬੰਦਾ ਰੱਬ ਨੂੰ ਵੇਖ ਲਏ ਨਾ, ਫਿਰ ਇਹ ਵੱਡਾ ਨਹੀਂ ਕਹੇਗਾ। ਉਹ ਕਹੇਗਾ ਵੀ ਮੈਨੂੰ ਭਈ ਪਤਾ ਹੀ ਨਹੀਂ ਆ, ਮੈਂ ਤੇ ਇੰਨਾ ਵੇਖਿਆ, ਮੈਂ ਤੇ ਇੰਨਾ ਵੇਖਿਆ। ਮੈਨੂੰ ਗੱਲ ਯਾਦ ਆਈ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨਾ ਜਦੋਂ ਅਰਬ ਕੰਟਰੀ ਵੱਲ ਗਏ, ਮੱਕੇ ਮਦੀਨੇ ਵੱਲ ਗਏ, ਬਗਦਾਦ ਵੱਲ ਗਏ, ਇਸਲਾਮੀ ਕੰਟਰੀ ਵੱਲ ਜਦੋਂ ਜਾਂਦੇ ਨੇ ਗੁਰੂ ਨਾਨਕ ਸਾਹਿਬ, ਉੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਤੇ ਚਰਚਾ ਬਹੁਤ ਸੀ, ਜਿਹੜੀ ਚਰਚਾ ਸੀ ਨਾ ਉਹ ਬਹੁਤ ਸੀ ਸਾਧ ਸੰਗਤ। ਕੋਈ ਵਲੀ ਅੱਲਾ ਆਇਆ ਇਧਰੋਂ, ਬੜਾ ਵੱਡਾ ਮਹਾਨ ਰੱਬ ਦਾ ਪੈਗੰਬਰ ਆਇਆ ਜੀ, ਅਵਤਾਰ ਆ ਕਲਯੁਗ ਦਾ, ਚਰਚਾ ਬਹੁਤ ਸੀ। ਜਿਹਦੀ ਚਰਚਾ ਹੋਏ ਉਹਦੇ ਬਾਰੇ ਲੋਕੀ ਜਾਣਦੇ ਵੀ ਉਹ ਹੈ ਕੌਣ ਹੈ, ਕਿੱਥੋਂ ਆਇਆ, ਕਿੰਨਾ ਕੁ ਪੜ੍ਹਿਆ ਲਿਖਿਆ, ਕੀ ਹਿਸਾਬ ਕਿਤਾਬ ਹੈ ਉਹਦਾ। ਉਹਨਾਂ ਨੇ ਦੱਸਿਆ ਹੋਏਗਾ ਵੀ ਉਹਦੇ ਰੱਬੀ ਬਾਣੀ, ਅੱਲਾ ਦੀ ਬਾਣੀ ਉਚਾਰਦਾ, ਉਹਦੇ ਕੋਲ ਅੱਲਾ ਦੀ ਬਾਣੀ ਆ ਉਹਦੇ ਕੋਲ। ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਦਾ ਸਾਨੂੰ ਇੱਥੋਂ ਪਤਾ ਲੱਗਦਾ ਹੈ
ਭਾਈ ਗੁਰਦਾਸ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਗਦਾਦ ਸ਼ਹਿਰ ਚ ਗਏ। ਬਾਹਰ ਜਾਏ ਕੀਆ ਅਸਥਾਨਾ, ਬਗਦਾਦ ਸ਼ਹਿਰ ਦੇ ਬਾਹਰ ਵਾਲੇ ਪਾਸੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੇ ਟਿਕਾਣਾ ਕੀਤਾ ਵੀ ਇੱਥੇ ਰਾਤ ਗੁਜ਼ਾਰਾਂਗੇ, ਆਪਾਂ ਇੱਥੇ ਰਵਾਂਗੇ। ਸ਼ਹਿਰ ਦੇ ਵਿੱਚ ਤੇ ਦੂਜੇ ਲੋਕ ਨੇ, ਦੂਜੇ ਧਰਮ ਦੇ ਲੋਕ ਨੇ, ਸਾਨੂੰ ਛੱਡਣਗੇ। ਫਿਰ ਬਾਬਾ ਆਇਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੀਜਾ ਨਹੀਂ ਸੀ ਹੈਗਾ, ਇੱਕ ਬਾਬਾ ਅਕਾਲ ਰੂਪ ਸੀ ਤੇ ਦੂਜਾ ਭਾਈ ਗੁਰਦਾਸ ਕਹਿੰਦੇ ਰਬਾਬੀ ਮਰਦਾਨਾ ਸੀ ਨਾਲ। ਫਿਰ ਭਾਈ ਗੁਰਦਾਸ ਇਹ ਗੱਲ ਕਹਿੰਦੇ ਨੇ, ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਇੰਨੀ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਹਾਵ ਭਾਵ ਜਾਂ ਕੁਝ ਸੁਣਿਆ ਉਹਨਾਂ ਨੇ, ਕੁਝ ਵੇਖਿਆ ਦੇਖਿਆ, ਤੇ ਕਹਿੰਦੇ ਨੇ ਸੁਨ ਮੁਨ ਨਗਰੀ ਭਈ। ਉਸ ਨਗਰ ਦੇ ਉੱਤੇ, ਬਗਦਾਦ ਨਗਰ ਉੱਤੇ, ਬਗਦਾਦ ਸ਼ਹਿਰ ਉੱਤੇ ਗੁਰੂ ਨਾਨਕ ਦਾ ਇੰਨਾ ਪ੍ਰਭਾਵ ਪਿਆ, ਉਹ ਸਾਰੀ ਨਗਰੀ ਦੇ ਉੱਤੇ ਪ੍ਰਭਾਵ ਪੈ ਗਿਆ। ਕੋਈ ਵਲੀ ਅੱਲਾ ਹੈ, ਕੋਈ ਰੱਬ ਦਾ ਪੈਗੰਬਰ ਹੈ, ਰੱਬ ਦੀ ਮੂਰਤ, ਅੱਲਾ ਦਾ ਬੰਦਾ ਕੋਈ ਆਇਆ ਹੈ। ਚਰਚਾ ਬਹੁਤ ਸੀ, ਸਾਰੇ ਨਗਰ ਨੇ, ਸਾਰੇ ਬਗਦਾਦ ਨੇ ਸੁਣਿਆ ਦੀ ਚਰਚਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਉਹ ਉਥੋਂ ਦਾ ਜਿਹੜਾ ਪੀਰ ਸੀ ਹੈਰਾਨ ਹੋ ਗਿਆ ਵੀ ਇੰਨੀ ਚਰਚਾ ਤੇ ਮੇਰੀ ਨਹੀਂ, ਇੰਨਾ ਪ੍ਰਭਾਵ ਤੇ ਮੇਰਾ ਨਹੀਂ, ਪਰ ਇੱਕ ਕੋਈ ਇਧਰੋਂ ਆਇਆ ਹੈ ਇੰਡੀਆ ਵਾਲੇ ਪਾਸੇ, ਇਸ ਸਾਈਡ ਤੋਂ, ਉਹਦਾ ਬੜਾ ਪ੍ਰਭਾਵ ਪੈ ਗਿਆ ਬਈ। ਉਹਨਾਂ ਨੇ ਕਿਹਾ ਵੀ ਇਨਵੈਸਟੀਗੇਸ਼ਨ ਹੋਰ ਕਰੋ। ਇਨਵੈਸਟੀਗੇਸ਼ਨ ਹੋਈ ਜੀ। ਹੁਣ ਜਿਹੜੀ ਗੱਲ ਕਹਿਣਾ ਚਾਹੁੰਦਾ ਸਾਧ ਸੰਗਤ, ਵਿੱਚੋਂ ਕੋਈ ਬੰਦੇ ਇਹ ਵੀ ਹੁੰਦੇ ਨੇ ਵੀ ਇਹ ਬੰਦਾ ਜੇ ਇੱਥੇ ਰਹਿ ਗਿਆ ਤੇ ਸਾਡੀ ਫੱਟੀ ਪੋਜ ਦੇਗਾ, ਮੇਰਾ ਪ੍ਰਭਾਵ ਇੰਨੇ ਸਾਲਾਂ ਤੋਂ ਨਹੀਂ ਪਿਆ, ਇਹਦਾ ਕੱਲ ਆਇਆ, ਇਹ ਬੰਦੇ ਦਾ ਇੰਨਾ ਪ੍ਰਭਾਵ ਪੈ ਗਿਆ ਵੀ ਇਹ ਮੇਰੇ ਲਈ ਖਤਰਾ ਹੈ। ਕਈ ਬੰਦੇ ਖਤਰਨਾਕ ਵੀ ਹੋ ਜਾਂਦੇ ਨੇ। ਉਹ ਪੀਰਾਂ ਦੀ ਕੈਟਾਗਰੀ ਨੇ ਕਿਹਾ ਹੋਣਾ ਵੀ ਇਹਨੂੰ ਭਜਾਓ ਕਿਸੇ ਤਰ੍ਹਾਂ, ਕੋਈ ਲੱਭੋ ਇਹਦਾ ਕੋਈ ਪੁਆਇੰਟ ਲੱਭੋ, ਕੋਈ ਇਹਦਾ ਕੋਈ ਵੀਕਨੈਸ, ਇਹਦੀ ਕਮਜ਼ੋਰੀ ਲੱਭੋ ਕੋਈ ਇਹਦੀ। ਉਹ ਜੀ ਫਿਰ ਹੋ ਗਏ ਮਗਰ, ਲੱਗ ਗਏ ਮਗਰ। ਉਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਵਿਚਾਰਾਂ ਚਰਚਾ ਕਰਦਿਆਂ ਕਰਦਿਆਂ ਇੱਕ ਪੁਆਇੰਟ ਲੱਭਿਆ ਉਹਨਾਂ ਨੇ। ਉਹ ਕਹਿੰਦੇ ਆ, ਗੁਰੂ ਨਾਨਕ ਸਾਹਿਬ ਤੁਸੀਂ ਪਤਾਲ ਲੱਖਾਂ ਕਹਿੰਦੇ ਹੋ, ਤੇ ਸਾਡਾ ਇਸਲਾਮ, ਸਾਡੀ ਦੁਨੀਆ, ਸਾਡਾ ਧਰਮ ਕਹਿੰਦਾ ਵੀ 7 ਪਤਾਲ। ਅਨੁਕਤਾ ਤੇ ਬੜਾ ਕੀਮਤੀ ਸੀ, ਢਾਉਣ ਵਾਸਤੇ, ਹਰਾਉਣ ਵਾਸਤੇ, ਭਜਾਉਣ ਵਾਸਤੇ ਨੁਕਤਾ ਤੇ ਬਹੁਤ ਵਧੀਆ ਸੀ ਵੀ ਇਹਨਾਂ ਦੇ ਖਿਲਾਫ ਅਸੀਂ ਕਰਦੇ ਹਾਂ। ਜਿਹੜੇ ਇਹਨਾਂ ਦੇ ਉਪਾਸ਼ਕ ਬਣ ਰਹੇ, ਪ੍ਰਭਾਵ ਪਿਆ ਇਹਨਾਂ ਨੂੰ ਹੀ ਖਿਲਾਫ ਕਰਨਾ ਆਪਾਂ। ਉਹ ਕੀ ਨੁਕਤਾ ਲੱਭਿਆ ਵੀ ਜਿਹੜਾ ਇਹ ਆਇਆ ਆ, ਵਲੀ ਅੱਲਾ ਆਇਆ ਆ, ਇਹ ਤੇ ਲੱਖਾਂ ਪਤਾਲ ਕਹਿੰਦੇ ਤੇ ਸਾਡਾ ਜਿਹੜਾ ਧਰਮ, ਸਾਡਾ ਗੁਰੂ ਕਹਿੰਦਾ 7 ਪਤਾਲ। ਇਹ ਹੁਣ ਤੇ ਪਬਲਿਕ ਖਿਲਾਫ ਕਰਨ ਵਾਲੀ ਗੱਲ ਲੱਭ ਲਈ ਉਹਨਾਂ ਨੇ ਜੀ। ਤੋ ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਪੀਰ ਬੈਠਾ, ਦੁਨੀਆ ਬੈਠੀ, ਇਸਲਾਮ ਜਗਤ ਬੈਠਿਆ। ਉਹ ਕਹਿੰਦੇ ਗੁਰੂ ਨਾਨਕ ਸਾਹਿਬ ਸਾਨੂੰ ਹੁਣ ਇਹ ਦੱਸੋ ਵੀ ਸਾਡਾ ਧਰਮ ਸਹੀ ਆ ਕਿ ਜਾਂ ਤੁਹਾਡਾ ਵਿਚਾਰ ਸਹੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਕਿਹੜਾ ਜੀ? ਉਹ ਕਹਿੰਦੇ ਵੀ ਅਸੀਂ ਤੇ 7 ਪਤਾਲ ਧਰਮ ਦੇ ਵਿੱਚ ਕਹਿੰਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ, ਪੜ੍ਹਦੇ ਆ ਰਹੇ ਹਾਂ। 7 ਪਤਾਲ ਨੇ, 7 ਆਗਾਸ਼ ਨੇ, ਤੇ ਤੁਸੀਂ ਤੇ ਸੈਂਕੜੇ ਛੱਡੋ, ਹਜ਼ਾਰਾਂ ਛੱਡੋ, ਤੁਸੀਂ ਲੱਖਾਂ ਪਤਾਲ, ਲੱਖਾਂ ਆਗਾਸ਼ ਕਹਿੰਦੇ ਹੋ ਆਪਣੀ ਜਪ ਬਾਣੀ ਵਿੱਚ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਤੁਸੀਂ ਲੱਖਾਂ ਪਤਾਲ, ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, ਤੇ ਅਸੀਂ ਤੇ 7 ਤੋਂ ਅੱਗੇ ਨਹੀਂ ਗਏ। ਜਾਂ ਤੇ ਤੁਸੀਂ ਵੀ ਮੰਨ ਲਓ ਵੀ ਤੁਸੀਂ ਝੂਠੇ ਹੋ, ਜੇ ਸਾਨੂੰ ਝੂਠਾ ਕਰੋਗੇ ਤੇ ਫਿਰ ਤੇ ਗੁੱਸਾ ਹੈ ਹੀ ਨਾ। ਤੋ ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਕਿਹਾ ਤੁਸੀਂ ਵੀ ਸੱਚੇ ਹੋ, ਮੈਂ ਵੀ ਸੱਚਾ ਹਾਂ। ਉਹ ਕਿਵੇਂ ਜੀ? ਇਹ ਕਿਵੇਂ ਹੋ ਸਕਦਾ ਵੀ ਬੰਦਾ ਤੇ ਇੱਕ ਤੇ ਝੂਠਾ ਹੀ ਹੋਣਾ ਹੀ ਚਾਹੀਦਾ ਹੈ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ 7 ਪਤਾਲ ਕਿਹਾ, ਤੁਸੀਂ ਵੀ ਸਹੀ, ਮੈਂ ਲੱਖਾਂ ਪਤਾਲ ਕਿਹਾ, ਮੈਂ ਵੀ ਸਹੀ। ਹੁਣ ਦੇਖੋ ਜੀ, ਜੇ ਤੇ ਕਹਿੰਦੇ ਵੀ ਮੈਂ ਸਹੀ ਹਾਂ, ਵੀ ਤੂੰ ਗਲਤ ਹੈ, ਤੇ ਜੇ ਤੂੰ ਸਹੀ ਹੈ ਤੇ ਫਿਰ ਮੈਂ ਗਲਤ ਹੈ, ਤੇ ਫਿਰ ਗਲਤ ਕਿਉਂ ਸਾਨੂੰ ਬੋਲ ਰਹੇ ਹੋ ਤੁਸੀਂ? ਫਿਰ ਸਾਡੇ ਸਮਾਜ ਵਿੱਚ ਤੁਸੀਂ ਗਲਤ ਗੱਲ ਕਿਉਂ ਕਹਿ ਰਹੇ ਹੋ?
तो साध संगत उत्थे गुरु नानक साहब ने पता की किया, गुरु नानक साहब कहते जिन्हें 7 पताल वेखे आ उन्हें 7 कह दिते, जिन्हें लखां पताल वेखे आ उन्हें लखां कह दिते। ते रब इथों तक थोड़ा सीमित आ, जिहड़ा करोड़ां वेखेगा वो करोड़ां दी गल करेगा, जिन्हें अरबां खरबां पताल आकाश देखे आ वो अरबां खरबां दी गल करेगा, जिहड़ा 7 कह रहा है उन्हें 7 पताल वेखे आ वो भी सही आ, जिहड़ा लखां कह रहा है उन्हें लखां पताल आकाश वेखे आ वो लखां दी गल कर रहा है, वो भी सही आ, वो भी सही आ। ये नुकता फेल हो गया। तो मैं इन्नी गल कहनी चाहना साध संगत, वो रब बड़ा वड्डा है जी, जिहड़ा 7 पताल वाल कहण वाला सी ना महापुरुष, वो कहंदा रब बड़ा वड्डा है, वो 7 पताल 7 आकाशां च फैलिया। जिन्हें लखां वेखे वो भी सही कह रहा भी रब लखां पतालां आकाशां दा मालक है। तो गुरु नानक साहब लखां पताल नहीं जे कहंदे। इत्थे ये गल याद रखना साध संगत, ये पौड़ी जदों आवे ना ते इत्थे गुरु नानक साहब नहीं कह रहे, बाणी विच गुरु नानक दी बाणी विच जरूर आया है कि पताल लखां ने आकाश लखां ने, पर ये गुरु नानक वाले पासे तो नहीं आ। ये कौन कह रहा जी फिर? देखो अगली पंक्ति पढ़ो, पाताला पाताल लख आगासा आगास, ओढ़क ओढ़क भाल थके वेद कह निकवात। ये ते धर्म ग्रंथ कह रहा, ये ते वेद कह रहा, वेद कहन एक बात, धर्म ग्रंथ कह रहा भी पताल लखा ने आकाश लखा ने। फिर अगली पंक्ति पढ़ो, सहस 18 कहन कतेबा, सहस 18 सैकड़े हजारां जिहड़े धर्म ग्रंथ ने वो कह रहे ने, कुतेबा कह रही ने, इस सामी ग्रंथ कह रहे ने, ये ग्रंथ कह रहे हैं जी, गुरु नानक नहीं कह रहे। गुरु नानक लिख रहे ने, उन्हां दी गल लिख रहे ने, उन्हां दी उदाहरण लैके गल अपनी कहना चाहते हैं कुछ गुरु नानक साहब। सहस 18 कहन कतेबा असलू इक धात, गुरु कहते ने लिखा होए तां लिखीए। हुण गुरु नानक अपनी गल कहंदे आ भी जे लेखा होवे ते तां लिखा ना मैं। हुण ये लेखा होए तां लिखे दा मतलब ये होया भी जदों असीं 2 जीरोआं ला दईए एक नाल ते 100 बन जांदा, 3 ला दो ते 1000 बन गया, 4 5 ला दो ते लख बन गया, 10 लख बन गया। इस तरह एक दे नाल 100 जीरोआं ला दो तो की बनेगा? साडी गिनती तो परे, साडे लेखे तो परे हो गया, साडा लेखा जोखा खत्म हो गया जी। गुरु कहंदे ने बस रब दा जदों लिखा मैं ते उहदे नाल 1000 जीरोआं लगा दियां, लेखा ही खत्म हो जाता है। लेखा होए तां लिखीए ना। गुरु नानक साहब कहते लेखा होवे ते मैं लिखा ना, वो लेखा ही नहीं है, खत्म हो जाता है। उसकी गिनती इन्नी है, पताल इन्ने, आकाश इन्ने, साथ लेखा होए तां लिखीए, लेखे होए विनाश, लेखे होए लेखा होए की हो जाता है? विनाश। विनाश का अर्थ विनस जाता है, खत्म हो जाता है, फिर लेखा ही खत्म हो जाता है। तो साथ आओ अपने अज गुरु साहब कहते ने रब वड्डा है, सनक सनंद महेश समाना। ये ब्रह्मा जी दे पुत्र ने जी, ब्रह्मा जी दे महान पुत्र भी रब बारे सोचिया कि रब किड्डा वड्डा है। वेखिए सनक सनंद, फिर महेश, महेश जी समाना दा अर्थ इन्हां दे समान, इन्हां दे बराबर होर वड्डियां हस्तियां। शेख नाग तेरो मरम ना जाना, कहंदे शेख नाग भी जिहदे 1000 मूंह ने, 1000 ही दिमाग ने, मरम ना जाना ही वैगुरु वो तेरा भेद भी नहीं जान सके। एडियां वड्डियां महान हस्तियां रब दा भेद नहीं जान सकियां, रब दा भेद नहीं पा सके। ते आम बंदे दी की ताकत है जी? शेख नाग जिहड़ा है तेरो मरम ना जाना, तेरा मरम, मरम दा अर्थ भेद ना जाना, नहीं जान सके, नहीं जानिया। तू एडा वड्डा वैगुरु भी वड्डे वड्डे महान रूहां आईयां, हस्तियां आईयां, ताकतां आईयां, वो भी तेरा भेद ही नहीं पा सके। अगली गल, संत संगत राम हृदय बसाए। संत संगत, सच्ची संतां दी संगत
राम राम ने वैगुरु ने रिद्धे वसाई हिरदे विच वसाई बनाई ने। साडे हिरदे विच संतां दी गुणां दी संगत है, उहनूं करिए आपां। अगला बचन, हनुमान सर गरुड़ समाना। हनुमान ते सर दा अर्थ बराबर, हनुमान वर्गे महान ताकतां बराबर गरुड़, गरुड़ पंछियां दा राजा गरुड़ जिहड़ा समाना दा अर्थ इहदे बराबर। हनुमान सर गरुड़ समाना, हनुमान ते गरुड़ पंछी वर्गियां महान ताकतां। सुरपत नरपत नहीं गुण जाना। सुरपत दा अर्थ है जी सुरां दा पति, देवतियां दा पति, देवतियां दा वड्डा देवता मालक, देवतियां दा राजा इंद्र राजा। सुरपत दा अर्थ हो गया इंद्र राजा। नरपत दा अर्थ नरां दा पति, नरां दा मालक, नरां दा राजा, भाव मनुखां दा राजा, दुनियावी राजा। सुरपत नरपत नहीं गुण जाना, रब दे गुणां नूं नहीं जान सके। रब एडा है, वड्डा है, वो इन्ने गुणां दा मालक है जी। वो गुणां दा समुंदर है, आपां औगुणां दे समुंदर है। दो चीज़ां दा अंत साध संगत, वैसे होर भी बहुत चीज़ां ने, पर दो गल्लां सामने आ जांदियां। रब दे गुणां दा अंत नहीं हैगा जी, ते बंदे दे औगुणां दा अंत कोई नहीं हैगा। वो रब गुणां दा समुंदर है, असीं अवगुणां दे समुंदर है। वो गुणां नाल भरिया, असीं अवगुणां नाल भरे, मुकाबला बराबर है। जे वैगुरु तेरे गुणां दा अंत नहीं ना हैगा, ते साडे अवगुणां दा भी अंत कोई नहीं जे हैगा। जे तू गुणां दा समुंदर है ते असीं तां अवगुणां दी फिर समुंदर है। तो साध संगत, ये दो चीज़ां दा अंत, साडे अवगुणां दा, हम अवगुण भरे एक गुण नाई, अवगुणां नाल भरे पए आपां, गुण एक कोई है नहीं है। तो साध संगत, गुरु कहते ने सुरपत नरपत नहीं गुण जाना, उहदे गुणां दा कोई अंत नहीं। आओ साध संगत एक मिनट वास्ते वाहिगुरु 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 तो साध संगत इस तो अगे हजूर आखदे ने चार वेद अर सिमरत पुराना। चार वेद सिमरतियां अते 18 पुराण भी रब की गल करदे करदे रब दा अंत नहीं पा सके। उहदे विच उन्हां ग्रंथां विच भी रब दा कोई एंड नहीं हैगा। कमला पत कवला नहीं जाना,
कमलापत विष्णु जी कवला माया नहीं जाना। कहते ने विष्णु दी माया ने भी रब नूं नहीं जानिया। कमलापत कवला नहीं जाना, ये जिहड़ी साध संगत माया है ना, सब माया जिहड़ी है ये बहुत बलवान है। ये माया तो ऊपर संसार विच कोई बलवान नहीं हैगा जी, पर माया रब दे सामने रब दी परछाई है, परछावां है रब दा। जे रब हैगा है ते माया आ, परछावां आ। जे रुख हैगा है ते परछावां है ना। गुरु ग्रंथ साहिब दे विच बचन आया है, माया तां की है छाया। ये ते छाया आ, ये ते परछाई आ रब दी। जिथे रब आ उत्थे माया भी जांदी, पर ये माया दासी आ। बंदे ने इनू मालक बना लिया। जिहड़ा मालक सी रब उहनू भुल गया, उहनू विसार दिता। माया माया बंदा करन लग पिया। माया ने रब नू कहा कि रब जी तुहाडी मानता कोई नहीं जी हैगी दुनिया च, मेरी मानता बहुत जे। वो कहंदा भी ये किवें हो सकदा है, तू ते मेरी परछाई है, तू ते मेरा परछावां है, तेरे विच ते कोई ताकत ही नहीं है। वो कहंदी चलो देखो, रब ने साधु का रूप बनाया ते चार बंदियां कोल आया, कहंदा जी रहना है। वो कहंदे रह जा भी इत्थे लागे, साडे लागे तू रह जा। फिर माया आई, वो कहंदी है भी पानी पीना है। उन्हें सोने के भांडे च पानी पीता तो सोने का भांडा पी के सुट दिता। उन्होंने चार बंदियां ने कहा भी ये तो सोने का भांडा है। वो कहती हाँ मैं इवें करदी भी जिस भांडे च पानी पीनी है खानी है ना, वो सोने का हुंदा ते मैं खाण तो बाद उन्हें सुट देनी है। हुण उन्होंने दिमाग च खड़की भी ये साडे कोल रह जावे, किन्ना खावेगी, किन्ना पीवेगी, किन्ने सोने के बर्तन बनणगे। ते वो माया नूं कहंदी भी तुसीं इत्थे रहना जे। वो कहंदी भी हाँ रहना मैं, पर रहना उत्थे जिथे वो साधु है ना, उन्होंने बाहर कड्डो पहलो। जिहड़ा रब साधु बनिया सी ना, वो चार बंदियां ने साधु नूं चक के बाहर मारिया। वो कहंदा भरावा तुसीं कहा सी भी एक दिन रह जाना। वो कहंदे नहीं इत्थे माया ने बैठना है। वो वेखो आई, तू अपना जुल्ली बिस्तरा चक ते इत्थों वगदा हो। जिहड़ा रब साधु सी उन्होंने चक के बाहर मारिया चार बंदियां ने, ते माया जिहड़ी माया रूप धारण करके आई सी उन्होंने अंदर स्टे दिता, उहदी सेवा संभाल की, खाण पीण दिता, बार बार पानी, बार बार रोटी। भला क्यों? क्योंकि उन्हें खाना है तो फिर सोने के बर्तन मिलने हैं। यह माया का प्रभाव। तू साध संगत ये माया ताकी है छाया, ये तो रब की परछाइयां, पर बंदे ने सब कुछ मन लिया। ते जिहड़ा रब सी उन्होंने चक के बाहर मारिया, अपने मन विचों भी, अपने ख्यालों विचों भी, सोचां विचों भी। हुण होर ही कोई वस नहीं। तू साध संगत। अगे हजूर कहंदे ने, कहे कबीर सो भरमे नाही। कबीर साहब कहंदे ओ नहीं जे भरमदा, नहीं भटकदा रब वाले नुकते ते। वो रब विच विश्वास इन्ना भरोसा करदा है, उन्होंने ज्ञान हो गया, वो नहीं भटकदा। कहे कबीर सो भरमे नाही, पग लग राम। पग पैर लग, पैरां नाल लगदा, वो चरनां नाल लगदा रब दे। पग लग राम, वो वाहिगुरू दी चरनां नाल जुड़िया हुंदा। रहे शरनाही, वो रब दी शरण विच रहिंदा है, वो रब दी चरनां विच रहिंदा है, वो रब दी शरण विच रहिंदा है। वो नहीं भटकदा, वो नहीं दूर जांदा रब तों। उहनूं रब ते हुण पक्का विश्वास भरोसा बन चुका है। ये अज दा मुख वाक। साध संगत बेअंत भुल्लां चुकां दी खिमा। आप संगत गुरु पातशाह बख्शन जोग बख्श लैना जी। साध संगत जी कल भादरों की संगरांद का दिन है। हर संगरांद की तरह प्रधान साहब सरदार प्रताप सिंह जी खालसा समूह परिवार वालों चाह प्रसाद की सेवा होएगी।
ਨਾਲ ਹੀ ਦੂਸਰੀ ਬੇਨਤੀ ਹੈ ਸਾਧ ਸੰਗਤ, ਕੱਲ ਦੇ ਸ਼ਾਮ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਰਹਿ ਰਾਸ ਦਾ ਸਮਾਂ 6:30 ਤੋਂ 7:15 7:15 ਤੱਕ ਹੋਏਗਾ। 7:15 ਤੋਂ ਲੈ ਕੇ 7:55 ਤੱਕ ਕੀਰਤਨ ਹੋਏਗਾ ਤੇ 7:55 ਤੋਂ ਲੈ ਕੇ 8:25 ਤੱਕ ਕਥਾ ਵਿਚਾਰ ਹੋਏਗੀ। ਪੂਰੀ ਸਮਾਪਤੀ 8:40 ਤੇ ਹੋ ਜਾਇਆ ਕਰੇਗੀ। ਸੋ ਕੱਲ ਤੋਂ ਸ਼ਾਮ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ। ਇਹ ਬੇਨਤੀ ਪ੍ਰਵਾਨ ਕਰਨੀ ਸਾਧ ਸੰਗਤ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਵਾਹਿਗੁਰੂ 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 ਵਾਹਿਗੁਰੂ